Hello, friends. I hope you're doing well. I'm Mohit Dhingra. Welcome to CBC Institute. ਸਟੂਡੈਂਟਸ ਆਪਾਂ ਡਿਸਕਸ ਕਰ ਰਹੇ ਸੀ ਪੰਜਾਬ ਪਟਵਾਰੀ ਲਈ ਸਟੈਟਿਕ ਜੀਕੇ ਲਈ ਜੋ ਆਪਣੀ ਸੀਰੀਜ਼ ਸਟਾਰਟ ਕੀਤੀ ਹੈ। ਹਾਲੇ ਤੱਕ ਆਪਾਂ ਪਾਰਟ 7 ਤੱਕ ਕਵਰ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੂੰ ਕਵਰ ਕੀਤੇ ਅਤੇ ਉਹਨਾਂ ਆਪਸ਼ਨਸ ਤੋਂ ਬਣਨ ਵਾਲੇ ਕੁਐਸਚਨ ਨੂੰ ਵੀ ਆਪਾਂ ਕਵਰ ਕੀਤਾ ਹੈ ਨਾ। ਤਾਂ ਆਈ ਹੋਪ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਆਪਣੀ ਪ੍ਰੀਪਰੇਸ਼ਨ ਕਰ ਰਹੇ ਹੋਵੋਗੇ। ਤਾਂ ਅੱਜ ਵੀ ਤੁਸੀਂ ਇੱਦਾਂ ਕਰਨਾ ਹੈ, ਮੇਰੇ ਨਾਲ ਨਾ ਕੁਐਸਚਨ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਆਨਸਰਸ ਲਗਾਉਣੇ ਹੈ ਨਾ, ਖੁਦ ਆਪਣੇ ਆਪ ਨੂੰ ਐਨਾਲਾਈਜ਼ ਕਰਨਾ ਹੈ। ਉਸ ਤੋਂ ਬਾਅਦ ਆਪਾਂ ਡੇਲੀ ਆਪਣੇ ਆਪ ਨੂੰ ਇਵੈਲੂਏਟ ਕਰਨਾ ਹੈ ਵੀ ਕੱਲ੍ਹ ਨਾਲੋਂ ਆਪਣਾ ਅੱਜ ਦਾ ਸਕੋਰ ਕਿੰਨਾ ਰਹਿੰਦਾ ਹੈ ਨਾ। ਤਾਂ ਆਪਣੀ ਸੈਲਫ ਐਨਾਲਾਈਜੇਸ਼ਨ ਕਾਫੀ ਜ਼ਰੂਰੀ ਹੈ, ਠੀਕ ਹੈ। ਤਾਂ ਆਈ ਹੋਪ ਅੱਛੇ ਤਰੀਕੇ ਨਾਲ ਤੁਸੀਂ ਇਹਨਾਂ ਕੁਐਸਚਨਸ ਨੂੰ ਸੀਰੀਜ਼ ਨੂੰ ਦੇਖ ਰਹੇ ਹੋਗੇ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਫਸਟ ਕੁਐਸਚਨ। ਫਸਟ ਕੁਐਸਚਨ ਹੈ, ਨੰਦਾ ਦੇਵੀ ਪੀਕ ਇਜ਼ ਲੋਕੇਟਡ ਇਨ ਵਿਚ ਸਟੇਟ। ਵੈਰੀ ਇੰਪੋਰਟੈਂਟ ਕੁਐਸਚਨ। ਨੰਦਾ ਦੇਵੀ ਪੀਕਸ ਆਪਣੇ ਇੰਡੀਆ ਦੇ ਵਿੱਚ ਉਹ ਕਿਹੜੀ ਸਟੇਟ ਦੇ ਵਿੱਚ ਹੈ? ਆਪਾਂ ਕੁਐਸਚਨ ਪਹਿਲਾਂ ਵੀ ਡਿਸਕਸ ਕੀਤਾ ਹੈ, ਇਹਨੂੰ ਆਪਾਂ ਥੋੜ੍ਹਾ ਹੋਰ ਡਿਸਕਸ ਕਰਦੇ ਹਾਂ। ਇਹਦਾ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੈ ਜੀ ਉੱਤਰਾਖੰਡ। ਵੈਰੀ ਇੰਪੋਰਟੈਂਟ, ਉੱਤਰਾਖੰਡ ਦੇ ਵਿੱਚ ਹੈ ਨੰਦਾ ਦੇਵੀ ਪੀਕਸ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਇਹ ਬਹੁਤ ਵਾਰੀ ਐਗਜ਼ਾਮ 'ਚ ਕੁਐਸਚਨ ਆਇਆ। ਦੇਖੋ ਨੰਦਾ ਦੇਵੀ ਪੀਕਸ ਕੀ ਹੈ? ਨੰਦਾ ਦੇਵੀ ਪੀਕਸ ਇੰਡੀਆ ਦੀ ਸੈਕਿੰਡ ਹਾਈਐਸਟ ਪੀਕ ਹੈ। ਸੈਕਿੰਡ ਹਾਈਐਸਟ ਪੀਕ ਹੈ। ਪੀਕ ਮਤਲਬ ਚੋਟੀ, ਮਾਊਂਟੇਨ ਦੀ ਚੋਟੀ। ਸੈਕਿੰਡ ਹਾਈਐਸਟ ਪੀਕ ਹੈ। ਅਤੇ ਆਪਾਂ ਨੂੰ ਫਸਟ ਹਾਈਐਸਟ ਜੇ ਪੁੱਛ ਲੈਣ, ਫਸਟ ਹਾਈਐਸਟ ਕਿਹੜੀ ਹੈ ਜੀ? ਕੰਚਨਜੰਗਾ। ਕੰਚਨਜੰਗਾ ਜੋ ਕਿ ਇੰਡੀਅਨ ਟੈਰੀਟਰੀ ਦੇ ਵਿੱਚ ਆਉਂਦੀ ਹੈ ਕੰਚਨਜੰਗਾ। ਵੈਸੇ ਤਾਂ ਆਪਣੀ ਮਾਊਂਟ K2 ਤੁਸੀਂ ਆਊਗਾ ਹੈ ਨਾ, ਮਾਊਂਟ K2 ਔਰ ਗੋਡਵਿਨ ਆਸਟਿਨ ਇੰਡੀਆ ਦੀ ਹਾਈਐਸਟ ਪੀਕ ਮੰਨੀ ਜਾਂਦੀ ਹੈ। ਹਾਂ ਇਹ ਵੀ ਹੈ, ਲੇਕਿਨ ਇਹ ਕਿੱਥੇ ਹੈ ਜੀ? ਇਹ POK ਦੇ ਵਿੱਚ ਹੈ। POK ਦੇ ਵਿੱਚ ਇਹਦਾ ਕੁਛ ਚਾਹਨ। ਅਤੇ ਜੇ ਆਪਾਂ ਇੰਡੀਆ 'ਚ ਕਹਾਂਗੇ ਤਾਂ ਕੰਚਨਜੰਗਾ ਆਪਸ਼ਨ ਮਿਲੂਗੀ। ਸੈਕਿੰਡ ਹਾਈਐਸਟ ਪੀਕ ਇੰਡੀਆ ਦੀ ਨੰਦਾ ਦੇਵੀ ਪੀਕਸ ਕਿੱਥੇ ਹੈ? ਉੱਤਰਾਖੰਡ ਦੇ ਵਿੱਚ। ਜੇ ਕਈ ਵਾਰ ਆਪਾਂ ਨੂੰ ਵੈਸੇ ਵੀ ਕਈ ਵਾਰ ਨਹੀਂ ਕਲੀਅਰ ਕੀਤਾ ਹੁੰਦਾ ਵੀ POK ਇੰਡੀਆ ਦੇ ਵਿੱਚ ਕਹਿਣਾ, ਤਾਂ ਆਪਾਂ ਇਹ ਵੀ ਕਹਿ ਸਕਦੇ ਵੀ ਮਾਊਂਟ K2 ਜਾਂ ਗੋਡਵਿਨ ਆਸਟਿਨ ਇੰਡੀਆ ਦੀ ਹਾਈਐਸਟ ਪੀਕ ਹੈ। ਤਾਂ ਨੰਦਾ ਦੇਵੀ ਪੀਕਸ ਕਿੱਥੇ ਜੀ? ਉੱਤਰਾਖੰਡ। ਤਾਂ ਉਸ ਤੋਂ ਬਾਅਦ ਆਪਾਂ ਉੱਤਰਾਖੰਡ ਦੀ ਕੈਪੀਟਲ ਯਾਦ ਰੱਖਣੀ ਹੈ। ਕੈਪੀਟਲ ਕੀ ਜੀ? ਦੇਹਰਾਦੂਨ। ਉੱਤਰਾਖੰਡ ਦੀ ਕੈਪੀਟਲ ਹੈ ਦੇਹਰਾਦੂਨ। ਹਿਮਾਚਲ ਪ੍ਰਦੇਸ਼ ਦੀ ਕੀ ਕੈਪੀਟਲ ਹੈ? ਸ਼ਿਮਲਾ, ਹੈ ਨਾ, ਆਪਾਂ ਪਹਿਲਾਂ ਯਾਦ ਕਰ ਹੀ ਚੁੱਕੇ ਹਿਮਾਚਲ। ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਹੈ ਜੀ? ਲਖਨਊ। ਅਤੇ ਸਿੱਕਿਮ ਦੀ ਕੈਪੀਟਲ ਹੈ ਗੈਂਗਟੋਕ। ਵੈਰੀ ਇੰਪੋਰਟੈਂਟ, ਠੀਕ ਹੈ। ਤਾਂ ਕਿਸੇ ਵੀ ਆਪਾਂ ਸਟੇਟ ਦਾ ਨਾਮ ਸੁਣਾਂਗੇ, ਕੰਟਰੀ ਦਾ ਨਾਮ ਸੁਣਾਂਗੇ, ਆਪਾਂ ਕੈਪੀਟਲਸ ਜ਼ਰੂਰ ਯਾਦ ਰੱਖਣੇ। ਸੈਕਿੰਡ ਹੈ ਜੀ ਦ ਕਨਾਲ ਵਿਚ ਲਿੰਕਸ ਐਟਲਾਂਟਿਕ ਓਸ਼ਨ ਵਿਦ ਪੈਸੀਫਿਕ ਓਸ਼ਨ। ਇਹ ਨਾ ਓਸ਼ਨਸ ਨੂੰ ਆਪਾਂ ਫਿਰ ਸਮਝਾਂਗੇ ਅਗਲੇ ਕੁਐਸਚਨ ਦੇ ਵਿੱਚ। ਦੋ ਓਸ਼ਨਸ ਹੈ, ਐਟਲਾਂਟਿਕ ਓਸ਼ਨ ਅਤੇ ਪੈਸੀਫਿਕ ਓਸ਼ਨ। ਇਹਨੂੰ ਕਿਹੜੀ ਕਨਾਲ ਹੈ ਜਿਹੜੀ ਉਹ ਇਹਨੂੰ ਜੁਆਇਨ ਕਰਦੀ ਹੈ, ਲਿੰਕ ਕਰਦੀ ਹੈ? ਤਾਂ C ਆਪਸ਼ਨ ਕਰੈਕਟ ਆਨਸਰ ਹੈ ਜੀ ਪਨਾਮਾ ਕਨਾਲ। ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ, 1914 ਦੇ ਵਿੱਚ ਬਣਿਆ ਸੀ। ਪਨਾਮਾ ਕਨਾਲ ਨੂੰ ਬਣਾਇਆ ਗਿਆ ਸੀ। ਕਾਫੀ ਇੰਪੋਰਟੈਂਟ ਕੁਐਸਚਨ ਹੈ। ਇਹ ਕਨੈਕਟ ਕਰਦੀ ਹੈ ਕਿਹਨੂੰ? ਐਟਲਾਂਟਿਕ ਓਸ਼ਨ ਨੂੰ ਪੈਸੀਫਿਕ ਓਸ਼ਨ ਨਾਲ। ਅਗਲੇ ਕੁਐਸਚਨ 'ਚ ਆਪਾਂ ਇਹ ਵੀ ਡਿਸਕਸ ਕਰਾਂਗੇ ਵੀ ਪੈਸੀਫਿਕ ਓਸ਼ਨ ਐਟਲਾਂਟਿਕ ਓਸ਼ਨ ਬਾਰੇ ਆਪਾਂ ਨੂੰ ਹੋਰ ਕੀ ਕੁਐਸਚਨ ਆ ਸਕਦਾ। ਚਲੋ ਫਸਟ ਆਪਸ਼ਨ ਦੇਖਦੇ ਹਾਂ, ਸੁਏਜ਼ ਕਨਾਲ। ਸੁਏਜ਼ ਕਨਾਲ 'ਤੇ ਕੀ ਕੁਐਸਚਨ ਆਊਗਾ? ਇਹ ਕੀ ਕਰਦੀ ਹੈ? ਇਹ ਮੈਡੀਟਰੇਨੀਅਨ ਸੀ ਨੂੰ ਕਿਹਦੇ ਨਾਲ ਜੁਆਇਨ ਕਰਦੀ ਹੈ? ਰੈੱਡ ਸੀ ਨਾਲ। ਵੈਰੀ ਇੰਪੋਰਟੈਂਟ। ਤਾਂ ਮੈਡੀਟਰੇਨੀਅਨ ਸੀ ਐਂਡ ਰੈੱਡ ਸੀ ਨੂੰ ਕਿਹਦੇ ਨਾਲ ਜੁਆਇਨ ਕਰਦੀ ਹੈ? ਸੁਏਜ਼ ਕਨਾਲ ਇਹਨਾਂ ਦੋਨਾਂ ਨੂੰ ਜੁਆਇਨ ਕਰਦੀ ਹੈ। ਹੁਣ ਇਹ ਦੇਖੋ ਕਿੱਥੇ ਹੈ ਸੀਜ਼, ਹੈ ਨਾ। ਹੁਣ ਤਾਂ ਤੁਸੀਂ ਸੁਣ ਰਹੇ ਹੋ। ਤਾਂ ਮੈਂ ਜਲਦੀ ਤੁਹਾਡੇ ਨਾਲ ਇੱਕ ਮੈਪ ਬੇਸਡ ਕੁਐਸਚਨਸ ਵੀ ਲੈ ਕੇ ਆਊਂਗਾ। ਆਪਾਂ ਮੈਪ ਰੀਡਿੰਗ ਵੀ ਕਰਾਂਗੇ, ਉਹਦੇ ਵਿੱਚ ਆਪਾਂ ਨੂੰ ਸਾਰੀਆਂ ਸੀਜ਼ ਦੇਖਣ ਨੂੰ ਮਿਲਣਗੇ, ਉੱਥੇ ਦੇਖਾਂਗੇ। ਤਾਂ ਸੁਏਜ਼ ਕਨਾਲ ਵੈਸੇ 1869 ਦੇ ਵਿੱਚ ਬਣੀ ਸੀ। ਅਰਲੀਐਸਟ ਕਨਾਲ ਹੈ, ਸਭ ਤੋਂ ਪਹਿਲੀ ਜਿਹੜੀ ਕਨਾਲ ਬਣੀ ਜੋ ਕਿਸੇ ਓਸ਼ਨਸ ਨੂੰ ਜਿਹਨੇ ਕਨੈਕਟ ਕੀਤਾ ਹੈ, ਸੀਜ਼ ਨੂੰ ਕਨੈਕਟ ਕੀਤਾ, ਉਹ ਸੀ ਸੁਏਜ਼ ਕਨਾਲ। ਵੈਰੀ ਇੰਪੋਰਟੈਂਟ ਕੁਐਸਚਨ। ਚੱਲਦੇ ਜੀ ਥਰਡ ਕੁਐਸਚਨ 'ਤੇ। ਦ ਓਸ਼ਨ ਵਿਦ ਦ ਲਾਰਜੈਸਟ ਸਰਫੇਸ ਏਰੀਆਜ਼। ਹਾਂਜੀ, ਹੁਣ ਇੱਥੇ ਆਪਣਾ ਕੁਐਸਚਨ ਆ ਗਿਆ, ਇੱਥੇ ਆਪਾਂ ਓਸ਼ਨ ਸਮਝਾਂਗੇ। ਕੁਐਸਚਨ ਆਪਾਂ ਨੂੰ ਇਹ ਪੁੱਛਿਆ ਵੀ ਸਭ ਤੋਂ ਵੱਡਾ ਓਸ਼ਨ ਕਿਹੜਾ ਹੈ? ਸਿੰਪਲੀ ਦੇਖੋ, ਇਹਨੂੰ ਆਪਾਂ ਇੱਕ ਟ੍ਰਿਕ ਤੋਂ ਯਾਦ ਰੱਖਾਂਗੇ। ਟ੍ਰਿਕ ਕੀ ਹੈ ਜੀ? ਪੈਸਾ। ਸਾਰਾ ਦਿਨ ਆਪਾਂ ਪੈਸਾ ਪੈਸਾ ਕਰਦੀ ਹਾਂ, ਹੈ ਨਾ, ਪੈਸਾ ਪੈਸਾ ਕਰਤੀ ਹੈ। ਤਾਂ P ਦਾ ਮਤਲਬ ਹੈ ਜੀ ਇੱਥੇ ਪੈਸੀਫਿਕ ਓਸ਼ਨ। ਪੈਸੀਫਿਕ ਓਸ਼ਨ। A ਦਾ ਮਤਲਬ ਹੈ ਐਟਲਾਂਟਿਕ ਓਸ਼ਨ। I ਦਾ ਮਤਲਬ ਇੱਥੇ ਇੰਡੀਅਨ ਓਸ਼ਨ। S ਦਾ ਮਤਲਬ ਹੈ ਜੀ ਸਦਰਨ ਓਸ਼ਨ। ਅਤੇ A ਦਾ ਮਤਲਬ ਹੈ ਇੱਥੇ ਆਰਕਟਿਕ ਓਸ਼ਨ। ਹੁਣ ਤੁਸੀਂ ਆ ਦੋ A ਦੇ ਵਿੱਚ ਕਨਫਿਊਜ਼ ਹੋ ਸਕਦੇ ਹੋ ਵੀ ਕਿਹੜਾ ਐਟਲਾਂਟਿਕ ਉੱਪਰ ਆਊਗਾ ਕਿ ਆਰਕਟਿਕ ਉੱਪਰ ਆਊਗਾ। ਤਾਂ ਦੇਖੋ, ਐਟਲਾਂਟਿਕ ਦੇ ਸਪੈਲਿੰਗ ਜ਼ਿਆਦਾ ਤਾਂ ਇਹ ਉੱਪਰ ਆਊਗਾ, ਆਰਕਟਿਕ ਦੇ ਸਪੈਲਿੰਗ ਘੱਟ ਤਾਂ ਨੀਚੇ ਆਊਗਾ। ਤਾਂ ਪੈਸਾ ਤੋਂ ਤੁਸੀਂ ਇਹਨੂੰ ਯਾਦ ਰੱਖਣਾ। ਤਾਂ ਸਭ ਤੋਂ ਲਾਰਜੈਸਟ ਓਸ਼ਨ ਕਿਹੜਾ ਜੀ? ਪੈਸੀਫਿਕ ਓਸ਼ਨ। ਜੇ ਆਪਾਂ ਨੂੰ ਕੁਐਸਚਨ ਆ ਜਾਏ ਸੈਕਿੰਡ ਲਾਰਜੈਸਟ ਕਿਹੜਾ ਹੈ, ਤਾਂ ਆਪਾਂ ਕਹਾਂਗੇ ਐਟਲਾਂਟਿਕ ਓਸ਼ਨ। ਜੇ ਥਰਡ ਲਾਰਜੈਸਟ ਆ ਗਿਆ ਇੰਡੀਅਨ ਓਸ਼ਨ, ਫੋਰਥ ਲਾਰਜੈਸਟ ਸਾਊਦਰਨ ਓਸ਼ਨ, ਫਿਫਥ ਲਾਰਜੈਸਟ ਜਾਂ ਸਭ ਤੋਂ ਛੋਟਾ ਜਿਹੜਾ ਓਸ਼ਨ ਹੈ ਉਹ ਕਿਹੜਾ ਜੀ? ਆਰਕਟਿਕ ਓਸ਼ਨ। ਠੀਕ ਹੈ, ਇਹ ਸਾਰੇ ਆਪਾਂ ਨੂੰ ਕੁਐਸਚਨ ਬਣ ਸਕਦੇ ਆ। ਹੁਣ ਸਭ ਤੋਂ ਛੋਟਾ ਆਰਕਟਿਕ ਓਸ਼ਨ ਹੋ ਗਿਆ, ਠੀਕ ਹੈ। ਆਪਾਂ ਹੀ ਆਪਸ਼ਨ ਇੰਡੀਅਨ ਓਸ਼ਨ। ਇੰਡੀਅਨ ਓਸ਼ਨ 'ਤੇ ਹੋਰ ਕੀ ਕੁਐਸਚਨ ਆ ਸਕਦਾ? ਇੰਡੀਅਨ ਓਸ਼ਨ ਦੀ ਸ਼ੇਪ 'ਤੇ ਕੁਐਸਚਨ ਆ ਸਕਦਾ। ਦੀ ਸ਼ੇਪ ਕਿੱਦਾਂ ਦੀ ਹੈ? M ਸ਼ੇਪ। M ਫੋਰ ਮੋਹਿਤ, M ਫੋਰ ਇੰਡੀਅਨ ਓਸ਼ਨ, ਹੈ ਨਾ। ਪੈਸੀਫਿਕ ਓਸ਼ਨ 'ਤੇ ਕੀ ਕੁਐਸਚਨ ਆ ਸਕਦਾ? ਸਭ ਤੋਂ ਲਾਰਜੈਸਟ ਹੈ। ਇੱਕ ਹੋਰ ਕੁਐਸਚਨ ਵੀ ਆਪਾਂ ਨੂੰ ਆ ਸਕਦਾ ਪੈਸੀਫਿਕ ਓਸ਼ਨ 'ਤੇ ਵੀ ਸਭ ਤੋਂ ਡੀਪੈਸਟ ਕਿਹੜਾ? ਸਭ ਤੋਂ ਡੂੰਘਾ ਕਿਹੜਾ ਜੀ? ਸਭ ਤੋਂ ਡੀਪੈਸਟ ਓਸ਼ਨ ਵੀ ਕਿਹੜਾ? ਪੈਸੀਫਿਕ ਓਸ਼ਨ। ਠੀਕ ਹੈ, ਵੈਰੀ ਇੰਪੋਰਟੈਂਟ ਕੁਐਸਚਨ ਕੀ ਆਊਗਾ?
बट इज़ द ओनली ओशन विच इज़ नेम्ड आफ्टर ए कंट्री। इकलौता ओशन वो दसो ਜਿਹੜਾ ਕਿਸੇ ਕੰਟਰੀ ਦੇ ਨਾਮ ਤੇ ਹੈ, ਤਾਂ ਉਹ ਕਿਹੜਾ ਹੋ ਜਾਊਗਾ? ਇੰਡੀਅਨ ਓਸ਼ਨ, ਹੈ ਨਾ। ਇੱਦਾਂ ਆਪਾਂ ਨੂੰ ਕੁਐਸਚਨ ਬਣ ਸਕਦਾ ਹੈ। ਸੈਕਿੰਡ ਲਾਰਜੈਸਟ ਓਸ਼ਨ ਐਟਲਾਂਟਿਕ ਓਸ਼ਨ। ਚਲਦੇ ਥਰਡ ਕੁਐਸਚਨ ਤੇ, ਦ ਟਰੀ ਪੋਪੂਲਰਲੀ ਨੋਨ ਐਜ਼ ਗ੍ਰੀਨ ਗੋਲਡ ਬਟ ਵਿਚ ਇਜ਼ ਐਨ ਈਕੋਲੋਜੀਕਲ ਡਿਜ਼ਾਸਟਰ। ਦੇਖੋ ਕੁਐਸਚਨ ਕੀ ਕਹਿੰਦੇ, ਇੱਕ ਟਰੀ ਹੈ ਜਿਹਨੂੰ ਕੀ ਬੋਲਿਆ ਜਾਂਦਾ? ਗ੍ਰੀਨ ਗੋਲਡ ਬੋਲਿਆ ਜਾਂਦਾ, ਹਰਾ ਸੋਨਾ ਬੋਲਿਆ ਜਾਂਦਾ, ਪਰ ਉਹ ਕਹਿੰਦੇ ਈਕੋਲੋਜੀਕਲ ਡਿਜ਼ਾਸਟਰ ਹੈ, ਪਰ ਉਹ ਇਨਵਾਇਰਮੈਂਟ ਲਈ ਅੱਛਾ ਨਹੀਂ ਹੈ। ਤਾਂ ਉਹ ਟਰੀ ਕਿਹੜਾ? ਇਹਦਾ ਇਹ ਆਪਸ਼ਨ ਕਰੈਕਟ ਆਨਸਰ ਹੈ ਯੂਕਾਲਿਪਟਸ। ਇਹ ਆਪਸ਼ਨ ਤਾਂ ਪਹਿਲਾਂ ਆਪਾਂ ਆਨਸਰ ਯਾਦ ਰੱਖਦੇ ਹਾਂ। ਕੀ ਆਨਸਰ ਹੈ ਇਹਦਾ? ਯੂਕਾਲਿਪਟਸ। ਦੇਖੋ ਇਹਨੂੰ ਗ੍ਰੀਨ ਗੋਲਡ ਕਿਉਂ ਬੋਲਿਆ ਜਾਂਦਾ ਹੈ? ਬਿਕੋਜ਼ ਇਹ ਕਾਫੀ ਜ਼ਿਆਦਾ ਵੁਡਨ ਪ੍ਰੋਡਕਟਸ ਬਣਾਉਣ ਦੇ ਵਿੱਚ ਯੂਜ਼ ਹੁੰਦਾ। ਕਾਫੀ ਜ਼ਿਆਦਾ ਵੁਡਨ ਪ੍ਰੋਡਕਟਸ ਬਣਦੇ ਹੈ, ਪਲਪ ਇੰਡਸਟਰੀ 'ਚ ਯੂਜ਼ ਹੁੰਦਾ, ਕਾਗਜ਼ ਵਗੈਰਾ ਬਣਦਾ ਹੈ ਨਾ, ਪਲਪ ਇੰਡਸਟਰੀ ਦੇ ਵਿੱਚ ਯੂਜ਼ ਹੁੰਦਾ। ਤਾਂ ਕਾਫੀ ਜ਼ਿਆਦਾ ਇਹਦਾ ਵੁਡਨ ਪ੍ਰੋਡਕਟਸ ਬਣਾਉਣ ਕਰਕੇ ਇਹਦਾ ਇੰਡਸਟਰੀ 'ਚ ਕਾਫੀ ਜ਼ਿਆਦਾ ਯੂਜ਼ ਹੈ, ਤਾਂ ਇਹਨੂੰ ਗ੍ਰੀਨ ਗੋਲਡ ਬੋਲ ਦਿੰਦੇ। ਪਰ ਹੁਣ ਜੇ ਕੁਐਸਚਨ ਹੈ ਵੀ ਈਕੋਲੋਜੀਕਲ ਡਿਜ਼ਾਸਟਰ ਕਿਉਂ ਬੋਲਦੇ? ਬਿਕੋਜ਼ ਇਹ ਕੀ ਕਰਦਾ ਹੈ, ਇਹ ਸੋਇਲ ਨੂੰ ਡਿਪਲੀਟ ਕਰ ਦਿੰਦਾ। ਸੋਇਲ ਡਿਪਲੀਸ਼ਨ ਦੇ ਵਿੱਚ ਕੰਮ, ਸੋਇਲ ਨੂੰ, ਫਸਲ ਨੂੰ ਖਰਾਬ ਹੀ ਕਰ ਦਿੰਦਾ ਬਿਲਕੁਲ। ਸੋਇਲ ਡਿਪਲੀਸ਼ਨ ਕਰ ਦਿੰਦਾ ਹੈ। ਵਾਟਰ ਅਬਜ਼ੋਰਪਸ਼ਨ ਇਹਦੀ ਕਾਫੀ ਜ਼ਿਆਦਾ, ਬਹੁਤ ਜ਼ਿਆਦਾ ਪਾਣੀ ਇਹ ਕੰਜ਼ਿਊਮ ਕਰਦਾ ਹੈ, ਤਾਂ ਕਰਕੇ ਕੀ ਹੈ? ਈਕੋਲੋਜੀਕਲ ਡਿਜ਼ਾਸਟਰ ਹੈ ਯੂਕਾਲਿਪਟਸ। ਵੈਰੀ ਇੰਪੋਰਟੈਂਟ ਕੁਐਸਚਨ, ਹੈ ਨਾ। ਚਲੋ ਚਲਦੇ ਜੀ ਫਿਫਥ ਕੁਐਸਚਨ ਤੇ, ਸਰਿਸਕਾ ਐਂਡ ਰਣਥੰਭੌਰ ਆਰ ਦਾ ਰਿਜ਼ਰਵਸ ਫॉर ਵਿਚ ਆਫ ਦਾ ਫੋਲੋਇੰਗ। ਹੁਣ ਦੋ ਤਰ੍ਹਾਂ ਦੇ ਆਪਣੇ ਨੈਸ਼ਨਲ ਪਾਰਕਸ ਹੈ, ਸਰਿਸਕਾ ਐਂਡ ਰਣਥੰਭੌਰ। ਇਹ ਨੈਸ਼ਨਲ ਪਾਰਕਸ ਇੱਕ ਤਰ੍ਹਾਂ ਦੇ ਰਿਜ਼ਰਵਸ ਹੈ, ਹੈ ਨਾ। ਇਹ ਕਿਹੜੇ ਐਨੀਮਲ ਦੇ ਰਿਜ਼ਰਵਸ ਹੈ? ਇਹ ਹੈ ਜੀ ਟਾਈਗਰ ਦੇ ਰਿਜ਼ਰਵਸ ਹੈ। ਵੈਰੀ ਇੰਪੋਰਟੈਂਟ। ਪ੍ਰੋਜੈਕਟ ਟਾਈਗਰ ਆਪਣੇ ਇੰਡੀਆ ਸਟਾਰਟ ਹੋਇਆ ਸੀ, ਹੈ ਨਾ। ਉਹਦੇ ਵਿੱਚ ਇਹਨਾਂ ਨੂੰ ਕੰਸੀਡਰ ਕੀਤਾ ਗਿਆ ਸੀ। ਸਰਿਸਕਾ ਅਤੇ ਰਣਥੰਭੌਰ ਇੱਦਾਂ ਦੇ ਨੈਸ਼ਨਲ ਪਾਰਕਸ ਬਣਾਏ ਗਏ, ਹੈ ਨਾ, ਟਾਈਗਰ ਦੀ ਕੰਜ਼ਰਵੇਸ਼ਨ ਨੂੰ, ਤਾਂ ਟਾਈਗਰਸ ਨੂੰ ਬਚਾਉਣ ਲਈ। ਹੁਣ ਆਪਾਂ ਇਹ ਵੀ ਯਾਦ ਰੱਖਣਾ ਵੀ ਸਰਿਸਕਾ ਅਤੇ ਰਣਥੰਭੌਰ ਹੈ ਕਿੱਥੇ? ਇਹ ਹੈ ਜੀ ਦੋਨੋਂ ਰਾਜਸਥਾਨ ਦੇ ਵਿੱਚ। ਆਪਾਂ ਨੂੰ ਇਹ ਕੁਐਸਚਨ ਆ ਸਕਦਾ ਹੈ, ਰਾਜਸਥਾਨ ਦੇ ਵਿੱਚ ਹੈ। ਦੇਖੋ ਰਣਥੰਭੌਰ ਆਰੇ ਤੋਂ ਸ਼ੁਰੂ ਹੁੰਦਾ, ਰਾਜਸਥਾਨ ਵੀ ਆਰੇ ਤੋਂ ਸ਼ੁਰੂ ਹੁੰਦਾ। ਰਿਸਕ ਟਾਈਗਰ, ਹੈ ਨਾ, ਟਾਈਗਰ ਨਾਲ ਕੀ ਹੈ? ਰਿਸਕ ਹੈ, ਹੈ ਨਾ। ਕਾਫੀ ਜ਼ਿਆਦਾ ਟਾਈਗਰ ਕਾਫੀ ਜ਼ਿਆਦਾ ਡਰਾਵਨੇ ਹੁੰਦੇ, ਹੈ ਨਾ। ਰਿਸਕ ਹੈ, ਤਾਂ ਇੱਦਾਂ ਆਪਾਂ ਯਾਦ ਰੱਖ ਸਕਦੇ ਹਾਂ। ਸਰਿਸਕਾ ਐਂਡ ਰਣਥੰਭੌਰ ਦੋਨੋਂ ਟਾਈਗਰ ਰਿਜ਼ਰਵਸ ਹੈ, ਅਤੇ ਕਿੱਥੇ ਜੀ? ਰਾਜਸਥਾਨ ਦੇ ਵਿੱਚ। ਅਤੇ ਵੈਸੇ ਵੀ ਟਾਈਗਰ ਆਪਣਾ ਕੀ ਹੈ ਜੀ? ਨੈਸ਼ਨਲ ਐਨੀਮਲ ਹੈ ਨਾ। ਨੈਸ਼ਨਲ ਐਨੀਮਲ ਹੈ ਆਪਣਾ ਟਾਈਗਰ। ਲੋਇਨ ਕਿਹਦਾ ਨੈਸ਼ਨਲ ਐਨੀਮਲ ਹੈ? ਯੂਕੇ ਦਾ, ਲੰਡਨ ਦਾ। ਲੰਡਨ ਦਾ ਨੈਸ਼ਨਲ ਐਨੀਮਲ ਕਿਹੜਾ? ਲੋਇਨ। ਤਾਂ ਬਹੁਤ ਸਾਰੇ ਕੰਟਰੀਜ਼ ਦੇ ਅਲੱਗ ਅਲੱਗ ਨੈਸ਼ਨਲ ਐਨੀਮਲਸ ਹੁੰਦੇ ਆ। ਤਾਂ ਟਾਈਗਰ ਹੋ ਜੂਗਾ ਜੀ ਇੰਡੀਆ ਦਾ ਨੈਸ਼ਨਲ ਐਨੀਮਲ। ਅਤੇ ਸਰਿਸਕਾ ਅਤੇ ਰਣਥੰਭੌਰ ਕਿੱਥੇ ਹੈ? ਰਾਜਸਥਾਨ। ਚਲੋ ਚਲਦੇ ਸਿਕਸ ਕੁਐਸਚਨ ਦੇ, ਦ ਟੈਂਪਰੇਚਰ ਇੰਕਰੀਜ਼ਿਜ਼ ਰੈਪਿਡਲੀ ਅਬਵ। ਦੇਖੋ ਆਪਣੇ ਕੋਲ ਐਟਮੋਸਫੇਅਰ ਦੀ ਕੁਛ ਲੇਅਰਸ ਹੁੰਦੀਆਂ। ਸਭ ਤੋਂ ਨਿਚਲੀ ਲੇਅਰ ਕਿਹੜੀ ਹੈ? ਟ੍ਰੋਪੋਸਫੇਅਰ। ਦੈਨ ਉਸ ਤੋਂ ਬਾਅਦ ਸਟ੍ਰੈਟੋਸਫੇਅਰ। ਦੈਨ ਉਸ ਤੋਂ ਬਾਅਦ ਮੀਜ਼ੋਸਫੇਅਰ। ਦੈਨ ਉਸ ਤੋਂ ਬਾਅਦ ਥਰਮੋਸਫੇਅਰ। ਦੈਨ ਉਸ ਤੋਂ ਬਾਅਦ ਐਗਜ਼ੋਸਫੇਅਰ। ਹੁਣ ਐਗਜ਼ੋ ਅਤੇ ਥਰਮੋ ਦੇ ਵਿੱਚ ਇੱਕ ਲੇਅਰ ਹੁੰਦੀ ਹੈ ਥੋੜ੍ਹੀ ਜਿਹੀ, ਉਹਦਾ ਨਾਮ ਹੈ ਆਇਨੋਸਫੀਅਰ। ਤਾਂ ਆਇਨੋਸਫੀਅਰ ਇਹਦਾ ਕਰੈਕਟ ਆਨਸਰ ਹੈ। ਆਇਨੋਸਫੀਅਰ ਤੋਂ ਬਾਅਦ ਟੈਂਪਰੇਚਰ ਕੀ ਹੈ? ਇੱਕਦਮ ਵਧਣਾ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਟੈਂਪਰੇਚਰ ਬਹੁਤ ਜ਼ਿਆਦਾ ਤੇਜ਼ ਇੰਕਰੀਜ਼ ਹੁੰਦਾ। ਠੀਕ ਹੈ, ਵੈਰੀ ਇੰਪੋਰਟੈਂਟ ਕੁਐਸਚਨ। ਹੁਣ ਆਪਾਂ ਲੇਅਰ 'ਤੇ ਹੋਰ ਵੀ ਕੁਐਸਚਨ ਆਪਾਂ ਨੂੰ ਆ ਸਕਦੇ। ਆਪਾਂ ਨੂੰ ਕੁਐਸਚਨ ਕੀ ਆਊਗਾ? ਇਨ ਵਿਚ ਲੇਅਰ ਡੂ ਵੀ ਲਿਵ। ਆਪਾਂ ਕਿਹੜੀ ਲੇਅਰ ਦੇ ਵਿੱਚ ਜੀ ਰਹੇ ਹਾਂ? ਅਤੇ ਇਹਦਾ ਆਨਸਰ ਹੋ ਜਾਊਗਾ ਟ੍ਰੋਪੋਸਫੇਅਰ। ਆਪਾਂ ਤਾਂ ਨੀਚੇ ਜੀ ਰਹੇ, ਆਪਾਂ ਹਵਾ 'ਚ ਥੋੜ੍ਹੀ ਰਹਿ ਰਹੇ, ਹੈ ਨਾ। ਆਪਾਂ ਤਾਂ ਬਿਲਕੁਲ ਐਟਮੋਸਫੇਅਰ ਦੀ ਨਿਚਲੀ ਲੇਅਰ ਦੇ ਵਿੱਚ ਹਾਂ, ਤਾਂ ਟ੍ਰੋਪੋਸਫੇਅਰ ਦੇ ਵਿੱਚ ਆਪਾਂ ਜੀ ਰਹੇ ਹਾਂ, ਲੋਐਸਟ ਲੇਅਰ ਹੈ। ਇਹ ਵੀ ਕੁਐਸਚਨ ਆ ਸਕਦਾ ਹੈ। ਇੱਥੇ ਕਲਾਊਡ ਫੋਰਮੇਸ਼ਨ ਹੁੰਦੀ ਹੈ ਨਾ, ਬਿਜਲੀ ਚਮਕਦੀ ਹੈ, ਬੱਦਲ ਬਣਦੇ ਆ, ਬਾਰਿਸ਼ ਹੁੰਦੀ ਹੈ ਨਾ, ਬਹੁਤ ਕੁਛ ਹੁੰਦਾ ਇਸ ਲੇਅਰ ਦੇ ਵਿੱਚ। ਉਸ ਤੋਂ ਬਾਅਦ ਸਟ੍ਰੈਟੋਸਫੇਅਰ 'ਤੇ ਕੁਐਸਚਨ ਆਊਗਾ ਵੀ ਇਹਦੇ ਵਿੱਚ ਪਲੇਨਸ ਉੱਡਦੇ ਆ, ਜਿਹੜੇ ਨੋਰਮਲੀ ਜਿਹੜੇ ਪਲੇਨਸ ਹੁੰਦੇ ਆ ਆਪਣੇ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਜਾਣ ਲਈ। ਨੋਰਮਲੀ ਜਿਹੜੇ ਆਪਣੇ ਪੈਸੇਂਜਰ ਪਲੇਨਸ ਹੁੰਦੇ ਆ, ਉਹ ਕਿੱਥੇ ਉੱਡਦੇ ਨੇ? ਸਟ੍ਰੈਟੋਸਫੇਅਰ ਦੇ ਵਿੱਚ। ਇੱਥੇ ਕੋਈ ਕਲਾਊਡ ਫੋਰਮੇਸ਼ਨ ਨਹੀਂ ਹੁੰਦੀ। ਅਤੇ ਕੁਐਸਚਨ ਹੋਰ ਆਉਂਦਾ ਵੀ ਜਿਹੜੀ ਆਪਣੀ ਓਜ਼ੋਨ ਲੇਅਰ ਹੁੰਦੀ ਹੈ, ਉਹ ਕਿੱਥੇ ਹੁੰਦੀ ਹੈ? ਸਟ੍ਰੈਟੋਸਫੇਅਰ। ਇਹ ਵੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਓਜ਼ੋਨ ਲੇਅਰ ਜੋ ਕਿ ਆਪਾਂ ਨੂੰ UV ਰੇਜ਼ ਤੋਂ ਬਚਾਉਂਦੀ ਹੈ, ਅਲਟਰਾਵਾਇਲਟ ਰੇਡੀਏਸ਼ਨਸ ਜੋ ਕਿ ਸਕਿਨ ਡਿਸੀਜ਼ਿਜ਼ ਨੂੰ ਵੀ ਕੋਜ਼ ਕਰਦੀ ਹੈ, ਕਿੱਥੇ ਪ੍ਰੈਜ਼ੈਂਟ ਹੁੰਦੀ ਹੈ? ਸਟ੍ਰੈਟੋਸਫੇਅਰ ਦੇ ਵਿੱਚ। ਹੁਣ ਤੁਸੀਂ ਇਹਨੂੰ ਯਾਦ ਕਿਵੇਂ ਕਰ ਸਕਦੇ ਹੋ? ਦੇਖੋ ਇਹਨੂੰ ਇੱਦਾਂ ਯਾਦ ਰੱਖ ਸਕਦੇ ਹੋ। ਟ੍ਰਿਕ ਕੀ ਹੈ? ਟੇਕ ਸਮ ਮਿਲਕ then eggs. Take some milk then eggs. Troposphere, stratosphere, mesosphere, thermosphere, exosphere। ਤੇ ਐਗਜ਼ੋ ਤੇ ਥਰਮੋ ਦੇ ਵਿੱਚ ਕਿਹੜੀ ਹੈ ਥੋੜ੍ਹੀ ਜਿਹੀ ਲੇਅਰ? ਆਇਨੋਸਫੇਅਰ। ਟੇਕ ਸਮ ਮਿਲਕ then eggs। ਇੱਦਾਂ ਇਹ ਟ੍ਰਿਕ ਹੈ, ਤੁਸੀਂ ਯਾਦ ਰੱਖ ਸਕਦੇ ਹੋ ਟ੍ਰਿਕ ਨੂੰ। ਚਲਦੇ ਜੀ ਸੈਵਨਥ ਕੁਐਸਚਨ ਦੇ, ਦ ਓਲਡੈਸਟ ਮਾਊਂਟੇਨ ਰੇਂਜ ਇਨ ਇੰਡੀਆ। ਇੰਡੀਆ ਦੀ ਸਭ ਤੋਂ ਪੁਰਾਣੀ ਮਾਊਂਟੇਨ ਰੇਂਜ। ਦੇਖੋ ਰੇਂਜ ਕੀ ਹੁੰਦਾ ਹੈ? ਰੇਂਜ ਇਜ਼ ਨੰਬਰ ਆਫ ਪੀਕਸ। ਜਦੋਂ ਬਹੁਤ ਸਾਰੀਆਂ ਪੀਕਸ ਇੱਦਾਂ ਬਣ ਜਾਂਦੀਆਂ, ਮੈਂ ਹਾਰਟ ਬੀਟ ਨਹੀਂ ਬਣਾਈ ਆਪਣੀ, ਇਹ ਮੰਨ ਲਓ ਆਪਣੀ ਇਹ ਚੋਟੀ ਹੈ, ਮਾਊਂਟੇਨ ਦੀ ਪੀਕ ਹੈ, ਹੈ ਨਾ। ਜਦੋਂ ਇੱਦਾਂ ਬਹੁਤ ਸਾਰੀਆਂ ਪੀਕਸ ਜਿੱਥੇ ਪਹਾੜ ਮਿਲਦੇ, ਉਹਨੂੰ ਪੂਰੀ ਰੇਂਜ ਬੋਲ ਦਿੰਦੇ। ਆਹ ਤਾਂ ਕੀ ਹੋ ਗਈ? ਪੀਕ ਹੋ ਗਈ। ਆਹ ਪੂਰੀ ਕੀ ਹੋ ਗਈ? ਰੇਂਜ ਹੋ ਗਈ ਪਹਾੜਾਂ ਦੀ। ਤਾਂ ਇੰਡੀਆ ਦੀ ਸਭ ਤੋਂ ਪੁਰਾਣੀ ਰੇਂਜ ਆਪਾਂ ਦੱਸਣੀ ਹੈ, ਕਿਹੜੀ ਹੈ ਰੇਂਜ?
ਰੇਂਜ ਪੁਰਾਣੀ ਇੰਡੀਆ ਦੀ ਸਭ ਤੋਂ ਕਿਹੜੀ ਹੈ? ਇਹਦਾ 4th ਆਪਸ਼ਨ ਕਰੈਕਟ ਆਂਸਰ ਹੈ ਅਰਾਵਲੀਜ਼। ਵੈਰੀ ਇੰਪੋਰਟੈਂਟ, ਅਰਾਵਲੀਜ਼ ਕਿੱਥੇ? ਅਰਾਵਲੀਜ਼ ਦੇਖੋ, ਅਰਾਵਲੀਜ਼ ਕਿੱਥੇ ਹੈ? ਨਾਰਥ, ਸਾਊਥ ਹੋ ਗਿਆ, ਈਸਟ ਹੋ ਗਿਆ, ਵੈਸਟ ਹੋ ਗਿਆ। ਅਰਾਵਲੀਜ਼ ਇੰਡੀਆ ਦੇ ਨਾਰਥ ਵੈਸਟ 'ਤੇ ਲਾਈ ਕਰਦੇ, ਯਾਨੀ ਕਿ ਇੱਥੇ ਕੀ ਹੋ ਗਿਆ, ਥੋੜ੍ਹਾ ਹਰਿਆਣਾ ਆ ਗਿਆ, ਰਾਜਸਥਾਨ ਆ ਗਿਆ, ਗੁਜਰਾਤ ਦੇ ਵਿੱਚ ਆ ਕੇ ਖਤਮ ਹੋ ਜਾਂਦੀ ਹੈ। 3 ਸਟੇਟਾਂ ਦੇ ਵਿੱਚ ਹੈ, ਹਰਿਆਣਾ, ਰਾਜਸਥਾਨ ਐਂਡ ਗੁਜਰਾਤ। ਨਾਰਥ ਵੈਸਟ ਦੇ ਵਿੱਚ ਰੇਂਜ ਹੈ ਅਰਾਵਲੀਜ਼। ਹੁਣ ਆਪਾਂ ਨੂੰ ਇੱਕ ਕੁਐਸਚਨ ਆਊਗਾ ਵੀ ਦੱਸੋ ਅਰਾਵਲੀ ਦੀ ਸਭ ਤੋਂ ਹਾਈਐਸਟ ਪੀਕ ਦਾ ਨਾਮ ਕੀ ਹੈ? ਉਹਦਾ ਰੇਂਜ ਹੈ, ਦੇਖੋ ਨਾ, ਰੇਂਜ ਤਾਂ ਬਹੁਤ ਸਾਰੀਆਂ ਪੀਕਸ ਹੋਣਗੀਆਂ। ਪੀਕ ਕੀ ਹੋਊਗੀ? ਚੋਟੀ। ਹਾਈਐਸਟ ਚੋਟੀ ਤਾਂ ਹਮੇਸ਼ਾ ਇੱਕੋ ਹੀ ਹੋਊਗੀ, ਉਹਦਾ ਨਾਮ ਹੈ ਜੀ ਗੁਰੂ ਸ਼ਿਖਰ। ਗੁਰੂ ਸ਼ਿਖਰ, ਵੈਰੀ ਇੰਪੋਰਟੈਂਟ। ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ 'ਚ ਪੁੱਛਿਆ ਗਿਆ ਜੀ, ਜੋਗਰਾਫੀ ਦਾ ਇੰਪੋਰਟੈਂਟ ਕੁਐਸਚਨ ਹੈ। ਗੁਰੂ ਸ਼ਿਖਰ ਹੈ ਹਾਈਐਸਟ ਪੀਕ। ਅੱਛਾ, ਅਰਾਵਲੀ ਦੇ ਵਿੱਚ ਇੱਕ ਹਿਲ ਸਟੇਸ਼ਨ ਵੀ ਹੈ। ਕੁਐਸਚਨ ਆਊਗਾ ਅਰਾਵਲੀ ਦੇ ਵਿੱਚ ਜਿਹੜਾ ਹਿਲ ਸਟੇਸ਼ਨ ਹੈ ਉਹਦਾ ਨਾਮ ਦੱਸੋ। ਹਿਲ ਸਟੇਸ਼ਨ ਲੋਕ ਜਾਂਦੇ ਆ ਹੈ ਨਾ, ਤਾਂ ਅਰਾਵਲੀ ਦਾ ਜਿਹੜਾ ਹਿਲ ਸਟੇਸ਼ਨ ਉਹਦਾ ਨਾਮ ਹੈ ਮਾਊਂਟ ਆਬੂ। ਮਾਊਂਟ ਆਬੂ। ਅੱਜ ਤਾਂ ਗਰਮੀ ਦੀ ਛੁੱਟੀਆਂ ਹੈ ਨਾ, ਘਰੇ ਬਿਤਾਉਣੀਆਂ ਪੈ ਰਹੀਆਂ ਸਾਰਾ ਕੁਛ, ਹੁਣ ਤਾਂ ਕੋਈ ਹਿਲ ਸਟੇਸ਼ਨਸ ਨਹੀਂ ਜਾ ਸਕਦੇ, ਤਾਂ ਮਾਊਂਟ ਆਬੂ ਹਾਈਐਸਟ ਹਿਲ ਸਟੇਸ਼ਨ ਹੈ ਕਿੱਥੇ? ਅਰਾਵਲੀਜ਼ ਦਾ। ਉਹ ਦੇਖਦੇ ਨੇ ਆਪਸ਼ਨਸ ਨੂੰ। ਨੀਲਗਿਰੀ ਆਪਸ਼ਨ ਪਈ ਹੈ, ਨੀਲਗਿਰੀ ਵੀ ਆਪਣੇ ਸਾਊਥ ਇੰਡੀਆ ਦੇ ਵਿੱਚ ਪਹਾੜੀਆਂ ਹੈ, ਇਹਨੂੰ ਬੋਲਦੇ ਬਲੂ ਮਾਊਂਟੇਨਸ। ਵੈਰੀ ਇੰਪੋਰਟੈਂਟ, ਨੀਲਗਿਰੀ ਇਜ਼ ਆਲਸੋ ਨੋਨ ਐਸ ਬਲੂ ਮਾਊਂਟੇਨਸ। ਵੈਰੀ ਇੰਪੋਰਟੈਂਟ। ਸਤਪੁੜਾ ਵੀ ਹੋ ਗਿਆ ਹੈ ਨਾ, ਵਿੰਧਿਆਸ, ਇਹ ਸਾਰੀਆਂ ਮਾਊਂਟੇਨ ਰੇਂਜਸ ਐਂਡ ਇਹਦੇ। ਚਲੋ ਫਿਰ ਆਪਾਂ ਇਹਨਾਂ ਡਿਸਕਸ ਕਰਾਂਗੇ। 8th ਕੁਐਸਚਨ ਹੈ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਏ ਲਾਈਨ ਆਫ ਡਿਮਾਰਕੇਸ਼ਨ ਬਿਟਵੀਨ 2 ਕੰਟਰੀਜ਼। ਕਹਿੰਦੇ ਵੀ ਇਹਨਾਂ 'ਚੋਂ ਕਿਹੜੀ ਉਹ ਲਾਈਨ ਹੈ ਜਿਹੜੀ ਕਿਸੇ ਵੀ 2 ਕੰਟਰੀਜ਼ ਦੀ, ਮਤਲਬ 2 ਕੰਟਰੀਜ਼ ਦੀ ਬਾਊਂਡਰੀ ਲਾਈਨ ਨਹੀਂ ਹੈ, ਆਪਾਂ ਇਹ ਦੱਸਣਾ। ਤਾਂ ਇਹਦਾ ਇਹ ਆਪਸ਼ਨ ਕਰੈਕਟ ਆਂਸਰ ਹੈ ਇੰਟਰਨੈਸ਼ਨਲ ਡੇਟ ਲਾਈਨ। ਯਾਨੀ ਕਿ ਇੰਟਰਨੈਸ਼ਨਲ ਡੇਟ ਲਾਈਨ ਕਿਸੇ ਵੀ 2 ਕੰਟਰੀਜ਼ ਦੀ ਬਾਊਂਡਰੀ ਲਾਈਨ ਦਾ ਨਾਮ ਨਹੀਂ ਹੈ। ਆਪਾਂ ਇਹ ਦੱਸਣਾ ਸੀ ਵੀ ਨਾਟ ਏ ਲਾਈਨ ਆਫ ਡਿਮਾਰਕੇਸ਼ਨ ਬਿਟਵੀਨ ਦਾ 2 ਕੰਟਰੀ, ਇੰਟਰਨੈਸ਼ਨਲ ਡੇਟ ਲਾਈਨ। ਹੁਣ ਆਹ ਜਿਹੜੇ ਆਪਸ਼ਨਸ ਪਏ ਇਹਨੂੰ ਡਿਸਕਸ ਕਰਦੇ ਹਾਂ। ਮੈਕਮੋਹਨ ਲਾਈਨ ਕਿਹਦੇ ਵਿਚਕਾਰ ਹੈ? ਇੰਡੀਆ ਐਂਡ ਚਾਈਨਾ। ਹੁਣ ਰੀਸੈਂਟਲੀ ਆਪਣਾ ਡਿਸਪਿਊਟ ਚੱਲ ਹੀ ਰਿਹਾ, ਪਰ ਇਹ ਆਪਣਾ ਡਿਸਪਿਊਟ ਇਹ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ ਨਾ। ਦੇਖੋ ਕੀ ਹੈ, ਵੈਸੇ ਤਾਂ ਇੰਡੀਆ ਅਤੇ ਚਾਈਨਾ ਜਿਹੜੀ ਇੰਟਰਨੈਸ਼ਨਲ ਬਾਊਂਡਰੀ ਉਹ ਮੈਕਮੋਹਨ ਲਾਈਨ ਹੈ, ਪਰ ਜਿਹੜਾ ਆਪਣਾ ਕਸ਼ਮੀਰ ਆ ਉੱਪਰ ਹੈ ਨਾ, ਇੱਦਾਂ ਦਾ ਕਸ਼ਮੀਰ ਹੈ ਮੰਨ ਲਓ, ਉਹਦੇ ਵਿੱਚ ਆਹ ਕੁਛ ਹਿੱਸਾ ਹੈ ਜਿਹੜਾ ਚਾਈਨਾ ਦੇ ਕਬਜ਼ੇ 'ਚ ਹੈ, ਚਾਈਨਾ। ਅਤੇ ਆਹ ਜਿਹੜੀ ਲਾਈਨ ਮੈਂ ਬਣਾਈ ਹੈ, ਦੇਖੋ ਆਹ ਲਾਈਨ, ਇਹਨੂੰ ਬੋਲਿਆ ਜਾਂਦਾ LAC। LAC ਦਾ ਮਤਲਬ ਕੀ ਹੈ? ਲਾਈਨ ਆਫ ਐਕਚੁਅਲ ਕੰਟਰੋਲ। ਲਾਈਨ ਆਫ ਐਕਚੁਅਲ ਕੰਟਰੋਲ। ਤਾਂ ਜਿਹੜਾ ਹੁਣ ਡਿਸਪਿਊਟ ਚੱਲ ਰਿਹਾ ਆਪਣਾ ਚਾਈਨਾ ਨਾਲ, ਉਹ ਇੱਥੇ ਚੱਲ ਰਿਹਾ LAC ਦੇ ਵਿੱਚ ਹੈ ਨਾ। ਤਾਂ LAC ਕੀ ਹੈ? ਕਸ਼ਮੀਰ ਦੇ ਅੰਦਰ ਇੰਡੀਆ ਅਤੇ ਚਾਈਨਾ ਨੂੰ ਡਿਵਾਈਡ ਕਰਦੀ ਹੈ, ਠੀਕ ਹੈ। ਤਾਂ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਆਪਾਂ ਬੋਲਦੇ ਹਾਂ। ਅੱਛਾ, ਤੁਸੀਂ ਇੱਕ LOC ਵੀ ਸੁਣਿਆ ਹੋਊਗਾ, LOC, ਇਹ ਆਪਣੀ LOC। ਤਾਂ LOC ਕੀ ਹੈ? ਇਹ ਪਾਕਿਸਤਾਨ ਦੇ ਕਬਜ਼ੇ 'ਚ ਆ ਹਿੱਸਾ, ਆਹ ਵਾਲਾ ਹਿੱਸਾ ਪਾਕਿਸਤਾਨ ਦੇ ਕਬਜ਼ੇ 'ਚ, ਤਾਂ ਇੰਡੀਆ ਆ ਗਿਆ। ਤਾਂ ਕਸ਼ਮੀਰ ਦੇ ਅੰਦਰ ਇੰਡੀਆ ਅਤੇ ਚਾਈਨਾ ਦੇ ਵਿੱਚ ਜਿਹੜੀ ਲਾਈਨਾਂ ਨੂੰ LAC ਬੋਲਿਆ, ਕਸ਼ਮੀਰ ਦੇ ਅੰਦਰ ਇੰਡੀਆ ਅਤੇ ਪਾਕਿਸਤਾਨ 'ਚ ਜਿਹੜੀ ਲਾਈਨਾਂ ਨੂੰ LOC ਬੋਲਿਆ ਜਾਂਦਾ, ਠੀਕ ਹੈ। ਉਹਨੂੰ ਕੀ ਬੋਲਿਆ ਜਾਂਦਾ? LOC ਬੋਲਿਆ ਜਾਂਦਾ, ਠੀਕ ਹੈ ਜੀ। ਚਲੋ, ਉਸ ਤੋਂ ਬਾਅਦ ਰੈੱਡ ਕਲਿਫ ਲਾਈਨ ਕਿਹਦੇ ਵਿਚਕਾਰ ਹੈ? ਇਹ ਹੈ ਜੀ ਇੰਡੀਆ ਐਂਡ ਪਾਕਿਸਤਾਨ। ਆਪਾਂ ਕਲਰ ਚੇਂਜ ਕਰ ਲਿਆ ਹੈ ਨਾ, ਦੇਖੋ ਚਲੋ ਇਹ ਕਲਰ ਵੀ ਤੁਹਾਨੂੰ ਪਸੰਦ ਆਊਗਾ, ਪਿੰਕ ਕਲਰ में पढ़ेंगे आज हम। ਚਲੋ, ਇੰਡੀਆ ਐਂਡ ਪਾਕਿਸਤਾਨ ਦੇ ਵਿੱਚ ਬਾਊਂਡਰੀ ਲਾਈਨ ਹੈ ਰੈੱਡ ਕਲਿਫ ਲਾਈਨ ਹੈ ਨਾ, ਇੰਡੀਆ ਅਤੇ ਪਾਕਿਸਤਾਨ, ਰੈੱਡ ਕਲਿਫ ਲਾਈਨ। ਡਿਊਰਾਂਡ ਲਾਈਨ ਕਿਹਦੇ ਵਿਚਕਾਰ ਹੈ? ਵੈਰੀ ਇੰਪੋਰਟੈਂਟ, ਡਿਊਰਾਂਡ ਲਾਈਨ ਹੈ ਪਾਕਿਸਤਾਨ ਐਂਡ ਅਫਗਾਨਿਸਤਾਨ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਜਿਹੜੀ ਲਾਈਨ ਹੈ ਉਹਦਾ ਨਾਮ ਹੈ ਜੀ ਡਿਊਰਾਂਡ ਲਾਈਨ। ਵੈਰੀ ਇੰਪੋਰਟੈਂਟ, ਇਹ ਯਾਦ ਰੱਖਣੀ ਹੈ ਤਿੰਨੋਂ ਬਾਊਂਡਰੀ ਲਾਈਨਸ, ਬਹੁਤ ਸਾਰੀ ਬਾਊਂਡਰੀ ਲਾਈਨਸ ਹੈ ਨਾ, ਯਾਦ ਰੱਖਾਂਗੇ, ਇੰਪੋਰਟੈਂਟ। 9th ਕੁਐਸਚਨ ਹੈ, ਦ ਮੋਸਟ ਅਬੰਡੈਂਟ ਐਲੀਮੈਂਟ ਇਨ ਦਾ ਅਰਥ ਕਰਸਟ। ਦ ਮੋਸਟ ਅਬੰਡੈਂਟ ਐਲੀਮੈਂਟ ਇਨ ਦਾ ਅਰਥ ਕਰਸਟ। ਆਪਣੀ ਅਰਥ ਕਰਸਟ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ, ਅਬੰਡੈਂਟ ਮਤਲਬ ਹੁੰਦਾ ਹੈ ਜੋ ਪ੍ਰਚੁਰ ਮਾਤਰਾ में ਮਿਲਤਾ ਹੈ, ਪ੍ਰਚੁਰ, ਬਹੁਤ ਜ਼ਿਆਦਾ। ਤਾਂ ਬਹੁਤ ਜ਼ਿਆਦਾ ਮਾਤਰਾ ਜਿਹੜਾ ਐਲੀਮੈਂਟ ਹੈ ਆਪਣਾ, ਮਤਲਬ ਲਗਭਗ ਇਹ ਆਪਣਾ 46% ਆਪਣੇ ਅਰਥ ਕਰਸਟ ਦੇ ਵਿੱਚ ਮਿਲ ਜਾਂਦਾ ਹੈ, ਇਹ ਹੈ ਜੀ ਆਕਸੀਜਨ। ਵੈਰੀ ਇੰਪੋਰਟੈਂਟ, ਆਕਸੀਜਨ 46% ਇਹਦੀ ਕੰਪੋਜੀਸ਼ਨ ਹੈ। ਜੇ ਸੈਕਿੰਡ ਹਾਈਐਸਟ ਪੁੱਛਣ, ਸੈਕਿੰਡ ਲਾਰਜੈਸਟ ਜਿਹੜਾ ਅਬੰਡੈਂਟ ਮਿਲਦਾ ਉਹ ਜੀ ਸਿਲਿਕਾ ਮਿਲਦਾ ਆਪਾਂ ਨੂੰ 28%। ਤਾਂ ਐਲੀਮੈਂਟਸ ਯਾਦ ਰੱਖਣਾ, ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਧਾਕੜ ਕੁਐਸਚਨ ਹੈ ਇਹ, ਬਹੁਤ ਵਾਰ ਐਗਜ਼ਾਮ 'ਚ ਆਉਂਦਾ ਇਹ ਕੁਐਸਚਨ, ਜ਼ਰੂਰ ਯਾਦ ਰੱਖਣਾ। ਅੱਜ ਦਾ ਆਪਣਾ 10th ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਲੈਂਡ ਆਫ 1000 ਲੇਕਸ। ਕਿਹੜੀ ਕੰਟਰੀ ਹੈ ਜਿਹਨੂੰ ਲੈਂਡ ਆਫ 1000 ਲੇਕਸ ਬੋਲਿਆ ਜਾਂਦਾ ਹੈ? 1000 ਲੇਕਸ, ਵੈਸੇ ਤਾਂ ਦੇਖੋ 1000 ਲੇਕਸ ਨਹੀਂ, ਇੱਥੇ ਤਾਂ ਲੱਖਾਂ ਹੀ ਲੇਕਸ ਆ, ਬਹੁਤ ਜ਼ਿਆਦਾ ਲੇਕਸ ਹੈ ਇੱਥੇ, ਪਰ ਚਲੋ ਇਹਦਾ ਇੱਕ ਨਿਕਨੇਮ ਪਹਿਲਾਂ ਰੱਖ ਚੁੱਕੇ ਹਾਂ। ਲੈਂਡ ਆਫ 1000 ਲੇਕਸ ਕਿਹਨੂੰ ਬੋਲਿਆ ਜਾਂਦਾ ਹੈ? ਇਹਦਾ ਆਨਸਰ ਹੈ ਜੀ A ਆਪਸ਼ਨ, ਫਿਨਲੈਂਡ। ਕਿਉਂ ਬੋਲਿਆ ਜਾਂਦਾ? ਦੇਖੋ ਨਾਮ ਤੋਂ ਹੀ ਪਤਾ ਚੱਲ ਰਿਹਾ ਇੱਥੇ ਬਹੁਤ ਸਾਰੀਆਂ ਲੇਕਸ ਹੋਣਗੀਆਂ ਹੈ ਨਾ। ਲੇਕਸ ਮਤਲਬ ਕੀ ਹੁੰਦਾ? ਝੀਲਾਂ ਹੋਣਗੀਆਂ। ਤਾਂ ਹੁੰਦਾ ਕੀ ਹੈ ਇੱਥੇ, ਜਦੋਂ ਹਰ 26 ਲੋਕਾਂ ਤੋਂ ਬਾਅਦ, 26 ਪੀਪਲ ਤੋਂ ਬਾਅਦ ਇੱਕ ਲੇਕ ਆ ਜਾਂਦੀ ਹੈ,
ਫਿਰ ਹਰ 26 ਲੋਕਾਂ ਤੋਂ ਬਾਅਦ ਇੱਕ ਲੇਕ ਆ ਜਾ, ਮਤਲਬ ਇੱਕ 26 ਲੋਕ ਰਹਿ ਰਹੇ ਨੇ ਫਿਰ ਲੇਕ, 26 ਲੋਕ ਰਹਿ ਰਹੇ ਨੇ ਫਿਰ ਲੇਕ, ਮਤਲਬ ਬਹੁਤ ਸਾਰੀਆਂ ਲੇਕਸ ਇੱਥੇ, ਬਹੁਤ ਸਾਰੀਆਂ ਲੇਕਸ, ਤਾਂ ਕਰਕੇ ਇਹਨੂੰ ਬੋਲਿਆ ਜਾਂਦਾ ਲੈਂਡ ਆਫ ਥਾਊਜ਼ੈਂਡ ਲੇਕ, ਫਿਨਲੈਂਡ। ਫਿਨਲੈਂਡ ਦੀ ਕੈਪੀਟਲ ਯਾਦ ਰੱਖਾਂਗੇ, ਕੈਪੀਟਲ ਕੀ ਹੈ ਜੀ, ਹੈਲਸਿੰਕੀ। ਵੈਰੀ ਇੰਪੋਰਟੈਂਟ, ਦੇਖੋ ਕੈਪੀਟਲਸ ਤੁਹਾਨੂੰ ਜ਼ਰੂਰ ਯਾਦ ਹੋਣੀਆਂ ਚਾਹੀਦੀਆਂ, ਮੇਰੇ ਬੋਲਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਵਿੱਚ ਇਹਨਾਂ ਕੈਪੀਟਲਸ ਨੂੰ ਬੋਲ ਲੈਣਾ। ਫਿਨਲੈਂਡ ਹੈਲਸਿੰਕੀ। ਸਵੀਡਨ ਸਟਾਕਹੋਮ, ਸਵੀਡਨ ਸਟਾਕਹੋਮ, ਸਵੀਡਨ ਸਟਾਕਹੋਮ। ਸਵੀਡਨ ਦੀ ਕੈਪੀਟਲ ਕੀ ਹੈ ਜੀ, ਸਟਾਕਹੋਮ। ਗ੍ਰੀਨਲੈਂਡ, ਇਹ ਤਾਂ ਤੁਸੀਂ ਆਪਾਂ ਪਿਛਲੇ ਲੈਕਚਰ 'ਚ ਪੜ੍ਹ ਕੇ ਆਏ ਨਾ ਗ੍ਰੀਨਲੈਂਡ ਬਾਰੇ, ਹੈ ਨਾ। ਗ੍ਰੀਨਲੈਂਡ 'ਤੇ ਕੀ ਕੁਐਸਚਨ ਆਉਂਦਾ, ਗ੍ਰੀਨਲੈਂਡ 'ਤੇ ਕੁਐਸਚਨ ਆਊਗਾ ਵਰਲਡਸ ਲਾਰਜੈਸਟ ਆਈਲੈਂਡ, ਦੁਨੀਆ ਦਾ ਸਭ ਤੋਂ ਵੱਡਾ ਆਈਲੈਂਡ ਕਿਹੜਾ ਜੀ, ਗ੍ਰੀਨਲੈਂਡ। ਇਹਦੀ ਆਪਾਂ ਕੈਪੀਟਲ ਵੀ ਪੜ੍ਹੀ ਸੀ, ਕੈਪੀਟਲ ਇਹਦੀ ਨਿਊਕ, ਨਿਊਕ। ਉਸ ਤੋਂ ਬਾਅਦ USA, USA ਦੀ ਕੈਪੀਟਲ ਹੈ ਵਾਸ਼ਿੰਗਟਨ DC, ਵਾਸ਼ਿੰਗਟਨ DC, ਡਿਸਟ੍ਰਿਕਟਸ ਆਫ ਕੋਲੰਬੀਆ, ਵਾਸ਼ਿੰਗਟਨ DC, ਹੈ ਨਾ। ਨੋਕੀਆ ਕੰਪਨੀ ਸੁਣੀ ਆਪਾਂ, ਨੋਕੀਆ ਕੰਪਨੀ ਕਿੱਥੇ ਦੀ ਹੈ, ਫਿਨਲੈਂਡ ਦੀ। ਨੋਕੀਆ ਕੰਪਨੀ ਕਿੱਥੇ ਦੀ ਹੈ, ਫਿਨਲੈਂਡ ਦੀ, ਠੀਕ ਹੈ। ਨੋਕੀਆ ਫੋਨਸ ਆਪਾਂ ਯੂਜ਼ ਕਰਦੇ ਹਾਂ। ਅੱਛਾ, ਨੋਬਲ ਪ੍ਰਾਈਜ਼ ਮਿਲਦੇ ਆ, ਹੈ ਨਾ, ਨੋਬਲ ਪ੍ਰਾਈਜ਼, ਨੋਬਲ ਪ੍ਰਾਈਜ਼ ਕਿੱਥੇ ਮਿਲਦੇ ਆ, ਨੋਬਲ ਪ੍ਰਾਈਜ਼ ਮਿਲਦੇ ਸਵੀਡਨ ਦੀ ਕੈਪੀਟਲ ਸਟਾਕਹੋਮ ਦੇ ਵਿੱਚ, ਸਟਾਕਹੋਮ ਦੇ ਵਿੱਚ। ਲੇਕਿਨ ਇੱਕ ਆਪਾਂ ਯਾਦ ਰੱਖਣਾ, ਨੋਬਲ ਪੀਸ ਪ੍ਰਾਈਜ਼, ਨੋਬਲ ਪੀਸ ਪ੍ਰਾਈਜ਼। ਨੋਬਲ ਦੇਖੋ ਪ੍ਰਾਈਜ਼ ਬਾਰੇ ਆਪਾਂ ਡਿਸਕਸ ਕਰਾਂਗੇ, ਨੋਬਲ ਪੀਸ ਪ੍ਰਾਈਜ਼ ਇੱਥੇ ਨਹੀਂ ਮਿਲਦਾ, ਉਹ ਮਿਲਦਾ ਓਸਲੋ। ਓਸਲੋ ਕਿਹਦੀ ਕੈਪੀਟਲ ਹੈ, ਨਾਰਵੇ ਦੀ, ਨਾਰਵੇ ਦੀ ਕੈਪੀਟਲ ਹੈ ਓਸਲੋ। ਦੇਖੋ ਸਾਰੇ ਨੋਬਲ ਪ੍ਰਾਈਜ਼ ਲਾਈਕ ਨੋਬਲ ਪ੍ਰਾਈਜ਼ ਆਫ ਲਿਟਰੇਚਰ, ਫਿਜ਼ਿਕਸ, ਕੈਮਿਸਟਰੀ, ਮੈਡੀਕਲ ਸਾਇੰਸ, ਹੈ ਨਾ, ਇਹ ਸਾਰੇ ਕਿੱਥੇ ਮੈਂ ਇਕੋਨੋਮਿਕਸ, ਇਹ ਸਾਰੇ ਕਿੱਥੇ ਮਿਲਦੇ ਨੇ, ਸਵੀਡਨ ਦੀ ਕੈਪੀਟਲ ਸਟਾਕਹੋਮ ਦੇ ਵਿੱਚ। ਪਰ ਜਿਹੜਾ ਨੋਬਲ ਪੀਸ ਪ੍ਰਾਈਜ਼ ਹੈ, ਸ਼ਾਂਤੀ ਪੁਰਸਕਾਰ, ਉਹ ਸਿਰਫ ਕਿੱਥੇ ਮਿਲਦਾ, ਓਸਲੋ। ਓਸਲੋ ਕਿਹਦੀ ਕੈਪੀਟਲ ਹੈ, ਨਾਰਵੇ, ਠੀਕ ਹੈ ਜੀ। ਤਾਂ ਇਹ ਸੀ ਆਪਣੇ ਅੱਜ ਦੇ ਬੈਸਟ ਕੁਐਸਚਨਸ ਪਾਰਟ 8 ਦੇ। ਆਈ ਹੋਪ ਤੁਸੀਂ ਇਹਨਾਂ ਕੁਐਸਚਨਸ ਨੂੰ ਚੰਗੀ ਤਰ੍ਹਾਂ ਯਾਦ ਕਰ ਰਹੇ ਹੋ, ਆਪਣੀ ਸਟੱਡੀਜ਼ ਨੂੰ ਪ੍ਰੋਪਰ ਟਾਈਮ ਦੇ ਰਹੇ ਹੋ, ਆਪਣੇ ਫਰੈਂਡਸ, ਫੈਮਿਲੀ, ਸਾਰਿਆਂ ਆਪਣੀ ਹੈਲਥ ਦਾ ਧਿਆਨ ਰੱਖ ਰਹੇ ਹੋ। ਚਲੋ ਮਿਲਦੇ ਜੀ ਆਪਣੀ ਨੈਕਸਟ ਕਲਾਸ ਦੇ ਵਿੱਚ। ਇਸ ਲੈਕਚਰ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ, ਲਿਖ ਲੈਣਾ। ਬੈਸਟ ਆਫ ਲੱਕ, ਥੈਂਕ ਯੂ।